ਸਰੂਪ ਨੂੰ ਪਹਿਚਾਣ ਲੈਂਦੇ ਨੇ। ਊਡਾਂ ਵੈਸਾਂ ਏਕ ਲਿਵਤਾਰ, ਗੁਰ ਕੈ ਸ਼ਬਦ ਨਾਮ ਆਧਾਰ। ਚਲਦੇ ਬੈਠਦੇ ਇੱਕ ਤੇਰੇ ਵਿੱਚ ਵਿਰਤੀ ਤਾਰ, ਇੱਕ ਰਸ ਲਾਉਂਦੇ ਨੇ ਕੌਣ? ਰੱਬ ਦੇ ਜਨ ਗੁਰਮੁਖ ਨਾਮ ਜਪਣ ਵਾਲੇ। ਗੁਰੂ ਦੇ ਸ਼ਬਦ ਕਰਕੇ ਇਹਨਾਂ ਨੇ ਨਾਮ ਦਾ ਆਧਾਰ ਕੀਤਾ। ਗੁਰ ਸ਼ਬਦੀ ਗੁਰਮਤੀਏ ਬਣੇ, ਨਾਮ ਨੂੰ ਜਪਣ ਲੱਗ ਗਏ, ਨਿਤ ਦੇ ਨੇਮੀ ਬਣ ਗਏ। ਨਾ ਜਲ ਡੂੰਗਰ ਨਾ ਉੱਚੀ ਧਾਰ, ਤਿਨਾਂ ਨੂੰ ਜਮ ਮਾਰਗ ਦੀਆਂ ਨਦੀਆਂ ਦਾ ਜਲ ਰਸਤੇ ਵਿੱਚ ਆਉਂਦਾ ਨਹੀਂ, ਕਿਉਂਕਿ ਭਿੰਨ ਭਿੰਨ ਨਰਕ ਨੇ, ਭਿੰਨ ਭਿੰਨ ਸਜ਼ਾਵਾਂ ਨੇ। ਪਾਤਸ਼ਾਹ ਬਚਨ ਕਹਿੰਦੇ ਨੇ ਜੋ ਜਪਦੇ ਨੇ ਉਹਨਾਂ ਨੂੰ ਫਿਰ ਜਮ ਮਾਰਗ ਦੀਆਂ ਨਦੀਆਂ ਦਾ ਜਲ ਨਹੀਂ ਰਸਤੇ ਵਿੱਚ ਆਉਂਦਾ। ਨਾ ਪਰਬਤਾਂ ਦੀ ਉੱਚੀ ਧਾਰਾ ਦੇਖਦੇ ਨੇ, ਨਾ ਤਿਨਾਂ ਨੇ ਪੁੰਨਾ ਰੂਪੀ ਜਲ ਭਰਿਆ, ਨਾ ਸਵਰਗੇ ਪਰਬਤਾਂ ਵੱਲ ਜਾਂਦੇ ਨੇ, ਨਾ ਉਹਨਾਂ ਦੀ ਉੱਚੀ ਧਾਰਾ ਮਹਿਲ ਜਨ ਆਦਿ ਪਾਤਸ਼ਾਹ ਫਰਮਾਉਂਦੇ ਨੇ ਲੋਕਾਂ ਵਿੱਚ ਜਾਂਦੇ ਨੇ। ਨਿਜ ਘਰ ਵਾਸਾ ਤਹਿ ਮਗਨ ਚਾਲਣ ਹਾਰ, ਕਿ ਤਿਨਾਂ ਦਾ ਆਪਣੇ ਸਰੂਪ ਦੇ ਵਿੱਚ ਵਾਸਾ ਹੋਇਆ, ਉੱਤੇ ਸੰਸਾਰ ਦੇ ਰਸਤੇ ਵਿੱਚ ਚੱਲਣ ਖਾਰ ਨਹੀਂ ਹੁੰਦੇ। ਉਹਨਾਂ ਦਾ ਮਾਰਗ ਦੂਜਾ ਹੈ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹਨਾਂ ਦਾ ਜੋੜ ਨਹੀਂ ਸੰਸਾਰੀਆਂ ਨਾਲ ਆਉਂਦਾ। ਉਹ ਨਿਆਰੇ ਰਹਿੰਦੇ ਨੇ, ਅਸੰਗ ਰਹਿੰਦੇ ਨੇ ਰੱਬ ਦੇ ਜਨ, ਜੋ ਭਗਤ ਨੇ ਬੇਮੁਹਤਾਜ ਬੇਪਰਵਾਹ। ਜਿਤ ਘਰ ਵਸੈ ਤੂੰ ਹੈ ਬਿਦ ਜਾਣ, ਬੀਜੋ ਮਹਿਲ ਨਾ ਜਾਪੈ। ਜਿਸਦੇ ਹਿਰਦੇ ਘਰ ਵਿੱਚ ਹੀ ਮੇਰੇ ਪਰਵਰਦਗਾਰ ਤੂੰ ਵਸਦਾ ਹੈ, ਤੇ ਤੇਰੇ ਦੁਆਰੇ ਤੇਰੀ ਪ੍ਰਾਪਤੀ ਦੀ ਉਹ ਵਿਧੀ ਨੂੰ ਜਾਣਦਾ ਹੈ ਕਿ ਕਿਵੇਂ ਮਿਲੇਗਾ, ਕਿਵੇਂ ਪ੍ਰਾਪਤੀ ਉਸ ਦਾਤੇ ਪਰਵਰਦਗਾਰ ਦੀ, ਉਹ ਜਾਣਦਾ ਹੈ। ਕਿਉਂਕਿ ਆਪ ਮਿਲਿਆ ਮਿਲਾਵਣੇ ਆਇਆ ਹੈ। ਗੋਇਆ ਜੇ ਕਰ ਅੱਖ ਤੇਰੀ ਵੀ ਰੱਬ ਦੇਖਣਾ ਚਾਹੇ, ਛੇਤੀ ਜਾ ਤੂੰ ਸੰਤਾਂ ਦੇ ਵੱਲ, ਉਹ ਰੱਬ ਵਿਖਾਲਣ ਆਏ। ਉਹ ਰੱਬ ਵਿਖਾਲਣ ਹੀ ਆਏ ਨੇ, ਮਿਲਾਵਣ ਆਏ ਨੇ ਵਿਛੜਿਆਂ ਨੂੰ। ਇਹ ਵਿਧੀ ਜਾਣੀ ਜਾਂਦੀ ਹੈ, ਦੂਜੇ ਕਰਕੇ ਤੇਰਾ ਸਰੂਪ ਨਹੀਂ ਜਾਣਿਆ ਜਾਂਦਾ। ਸਤਿਗੁਰ ਬਾਝੋਂ ਸਮਝ ਨਾ ਹੋਵੀ, ਸਭ ਜਗ ਦੱਬਿਆ ਛਾਪੈ। ਕਿ ਸਤਿਗੁਰੂ ਤੋਂ ਬਿਨਾਂ ਸਮਝ ਨਹੀਂ ਹੁੰਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਲਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਨਹੀਂ। ਸਭ ਜਗਤ ਇਹ ਸੰਸਾਰ ਮੋਹ ਰੂਪੀ ਮਾਇਆ ਰੂਪੀ ਉਥਾਰੇ ਵਿੱਚ ਦੱਬਿਆ ਹੋਇਆ ਹੈ। ਮੋਹ ਦੀ ਤੰਦ ਵਿੱਚ ਮਨੁੱਖ ਵੱਜਿਆ ਹੈ, ਸੋ ਤੇ ਝੂਠ ਬੋਲਦਾ ਪਾਪ ਕਰਦਾ, ਕਿਉਂਕਿ ਮੋਹ ਹੈ ਧਨ ਨਾਲ ਸੰਬੰਧੀਆਂ ਨਾਲ। ਭੂਤ ਆਦਿਕਾਂ ਦੀ ਮਾਇਆ ਦਾ ਨਾਮ ਉਥਾਰਾ ਹੈ। ਉਸਨੂੰ ਉਥਾਰਾ ਕਹਿੰਦੇ ਨੇ, ਜੋ ਪਾਤਸ਼ਾਹ ਕਹਿੰਦੇ ਨੇ ਉਥਾਰਾ। ਭੂਤਾਦਿਕਾਂ ਦੀ ਮਾਇਆ ਦਾ ਨਾਮ ਉਥਾਰਾ। ਕਰਨ ਪਲਾਵ ਕਰੈ ਬਿਲ ਲਾਤੋ, ਬਿਨ ਗੁਰ ਨਾਮ ਨਾ ਜਾਪੈ। ਉੱਚੇ ਪੁਕਾਰਾਂ ਕਰਕੇ ਵਿਰਲਾਪ ਕਰਦਾ ਰੋਂਦਾ ਹੈ, ਤੋ ਬਿਨਾਂ ਗੁਰੂ ਤੋਂ ਨਾਮ ਨੂੰ ਨਹੀਂ ਜਾਣਿਆ ਜਾਂਦਾ, ਨਹੀਂ ਜਪਿਆ ਜਾਂਦਾ। ਭਲ ਪੰਕਜ ਮਹਿ ਨਾਮ ਛੜਾਏ, ਜੇ ਗੁਰ ਸ਼ਬਦ ਸੰਜਾਪੈ। ਜੇ ਗੁਰੂ ਦੇ ਸ਼ਬਦ ਕਰਕੇ ਨਾਮ ਨੂੰ ਸਿਆਣੇ, ਸਿਧਾਂਤ ਜਾਣੇ ਨਾਮ ਦਾ ਤੱਤ, ਨੇਤਰ ਕਮਲ ਦੇ ਫਰਕਣੇ ਮਾਤਰ ਵਿੱਚ ਨਾਮ ਜਪਿਆ ਦੁੱਖ ਤੋਂ ਛੁਡਾ ਦਿੰਦਾ ਹੈ। ਐਸਾ ਨਾਮ ਹੈ ਪਰਮੇਸ਼ਰ ਦਾ।
ਏਕ ਨਿਮਕ ਮਨ ਮਾਹੀ ਅਰਾਧਿਓ ਗਜ ਪਤ ਪਾਰੀ ਉਤਾਰੀ। ਗਜ ਹਸਤੀ ਨੇ ਇੱਕ ਨਿਮਕ ਹੀ ਯਾਦ ਕੀਤਾ ਤਰਲੋਕੀ ਦੇ ਮਾਲਕ ਪ੍ਰਭੂ ਨੂੰ। ਤਤਕਾਲ ਪ੍ਰਭੂ ਪ੍ਰਗਟ ਹੋਏ, ਤੰਦੂਏ ਤੋਂ ਬੰਧਨ ਛੁੱਟ ਗਏ, ਕੱਟ ਦਿੱਤਾ ਤੰਦੂਏ ਨੂੰ। ਮੁਕਤ ਹੋਇਆ ਹਸਤੀ ਤੇ ਤੰਦੂਆ। ਇੱਕ ਨਿਮਕ ਹੀ ਯਾਦ ਕੀਤਾ ਸੀ, ਉਸ ਦਾਤੇ ਪ੍ਰਭੂ ਨੂੰ ਛੁਡਾ ਲਿਆ। ਪਰਮੇਸ਼ਰ ਦੇ ਚਰਨ ਕਮਲਾਂ ਦਾ ਧਿਆਨ ਪਲ ਵਿੱਚ ਉਧਾਰ ਕਰ ਦਿੰਦਾ ਹੈ। ਨਿਤ ਦਾ ਨੇਮੀ ਨਿਤ ਜੁੜਨਾ ਕਿ ਉਹ ਘੜੀ ਵੀ ਸੁਲੱਖਣੀ ਇੱਕ ਦਿਨ ਆਵੇਗੀ ਜਦੋਂ ਮਨ ਇੱਕ ਹੋ ਜਾਵੇਗਾ। ਚਿੱਤ ਇੱਕ ਹੋਵੇਗਾ, ਦੁਫਾੜ ਨਹੀਂ, ਫਿਰ ਕਾਲ ਦੇ ਵਸ ਨਹੀਂ ਪਵਾਂਗੇ। ਨਿਤ ਦੇ ਨੇਮੀ ਅਵਿਆਸੀ ਜਪਦੇ ਨੇ, ਉਹਨਾਂ ਦਾ ਚਿੱਤ ਇੱਕ ਹੋਇਆ, ਉਹ ਜਪਿਆ ਹੋਇਆ ਅਜਾਈ ਨਹੀਂ ਜਾਂਦਾ। ਪਾਤਸ਼ਾਹ ਫਰਮਾਉਂਦੇ ਨੇ, ਇੱਕ ਮੂਰਖ ਅੰਧੇ ਮੁਗਧ ਗਵਾਰ, ਇੱਕ ਸਤਿਗੁਰ ਕੈ ਪੈ ਨਾਮ ਆਧਾਰ। ਇੱਕ ਅਗਿਆਨੀ ਤਨ ਮਨ ਬਾਣੀ ਕਰਕੇ ਮੂਰਖ ਨੇ, ਇੱਕ ਨੇ ਸਤਿਗੁਰੂ ਦੇ ਭੈ ਕਰਕੇ ਨਾਮ ਦਾ ਆਧਾਰ ਕੀਤਾ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਗੁਰੂ ਦੀ ਅਵਰੇਸ਼ ਰੂਪ ਬਾਣੀ ਸੱਚੀ ਹੈ ਭਾਈ, ਅੰਮ੍ਰਿਤ ਦੀ ਧਾਰ ਵਤ ਮੀਠੀ ਬਾਣੀ ਹੈ। ਇਹ ਬਾਣੀ ਸੱਚਖੰਡ ਵਿੱਚੋਂ ਆਈ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਦਇਆਲ ਪੁਰਖ ਮਿਹਰਬਾਨਾ, ਹਰਿ ਨਾਨਕ ਸਾਚ ਬਖਾਨਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕੈਸੀ ਬਾਣੀ, ਜਿਸ ਬਾਣੀ ਦੇ ਜਪਿਆਂ, ਜਿਸ ਬਾਣੀ ਨੂੰ ਸਰਵਣ ਕਰਿਆ, ਲੋਕ ਪਰਲੋਕ ਸਹੇਲਾ ਹੋ ਜਾਂਦਾ ਹੈ। ਜਨਮਾਂ ਜਨਮਾਤਰਾਂ ਵਿੱਚ ਨਹੀਂ ਪੈਂਦਾ ਮਨੁੱਖ। ਐਸੀ ਬਾਣੀ ਜੋ ਧੁਰੋਂ ਸੱਚਖੰਡ ਵਿੱਚੋਂ ਆਈ ਹੈ। ਪਾਤਸ਼ਾਹ ਫਰਮਾਉਂਦੇ ਨੇ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਿਸ ਪੁਰਸ਼ ਨੇ ਪੀਤੀ, ਧਾਰਨ ਕੀਤੀ, ਬਾਣੀ ਨੂੰ ਸੁਣਿਆ, ਬਾਣੀ ਨੂੰ ਗਾਇਆ, ਸੁਣ ਵੱਡ ਭਾਗੀਆ, ਹਰਿ ਅੰਮ੍ਰਿਤ ਬਾਣੀ ਰਾਮ। ਇਹ ਵੱਡਿਆ ਭਾਗਾਂ ਵਾਲਿਆ, ਸੁਣ ਅੰਮ੍ਰਿਤ ਬਾਣੀ ਪ੍ਰਭੂ ਦੀ। ਜੇ ਨਹੀਂ ਭਾਗ, ਭਾਗ ਬਣਨਗੇ ਸੁਣ ਬਾਣੀ ਨੂੰ। ਗਿਆਨ ਮਿਲਦਾ ਹੈ। ਨਾਮ ਪੈ ਪਾਏ ਹਿਰਦੈ ਵਸਾਗੀ, ਗੁਰ ਕਰਨੀ ਸਚ ਬਾਣੀ। ਪ੍ਰੇਮ ਭੈ ਕਰਕੇ ਜੋ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦੇ ਨੇ, ਤੇ ਇਹਨਾਂ ਦੀ ਕਰਨੀ ਭਾਈ ਵੱਡੀ ਹੁੰਦੀ ਹੈ। ਬਾਣੀ ਵੀ ਸੱਚੀ, ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ। ਉਹਨਾਂ ਦੇ ਬਚਨ ਸਤ ਹੁੰਦੇ ਨੇ, ਅਜਾਈ ਨਹੀਂ ਜਾਂਦੇ। ਉਹਨਾਂ ਦੀ ਬਾਣੀ ਵਿੱਚ ਪਰਮੇਸ਼ਰ ਆਪ ਬੋਲਦਾ ਹੈ। ਸਤਿਗੁਰਾਂ ਦੇ ਬਚਨ ਨੇ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਸਾਧ ਕਿਸ ਨੂੰ ਆਖਿਆ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਜੇ ਕਰਮ ਸਵੱਛ ਨਿਰਮਲ ਨੇ, ਉਹ ਸਾਧ ਹੈ। ਸਾਧਨਾ ਸਪੰਨ ਸਾਧੂ, ਘਾਲਣਾ ਘਾਲੀ ਹੈ। ਸਾਧ ਨਾਮ ਨਿਰਮਲ ਤਾਂ ਕੇ ਕਰਮ। ਨਿਰਮਲ ਕਰਮ ਨੇ। ਵੀ ਭਗਤ ਕਬੀਰ ਜੀ ਮਹਾਰਾਜ ਜੀ ਬਚਨ ਕਹਿੰਦੇ ਨੇ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ।
ਪਾਛੈ ਲਾਗੋ ਘਰ ਫਿਰੈ ਕਹਿਤ ਕਬੀਰ ਕਬੀਰ ਮਨ ਨਿਰਮਲ ਹੈ। ਗੰਗਾ ਦੇ ਨੀਰ ਸਮ ਉਹਨਾਂ ਦੀ ਬਾਣੀ ਸੱਚੀ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਇੰਦ ਵਾਰਸੈ ਧਰਤ ਸੁਹਾਵੀ, ਘਟ ਘਟ ਜੋਤ ਸਮਾਣੀ। ਇੰਦਰ ਮੇਘ ਰੂਪ ਗੁਰੂ ਜਿਨ੍ਹਾਂ ਨੂੰ ਉਪਦੇਸ਼ ਰੂਪ ਭਾਈ ਵਰਖਾ ਕਰਦਾ, ਤਿਨਾਂ ਦੀ ਬੁੱਧੀ ਰੂਪ ਧਰਤੀ ਸੋਭਨੀਕ ਹੋ ਗਈ। ਤਿਨਾਂ ਦੀ ਘਟ ਘਟ ਦੇ ਵਿੱਚ ਪਰਮੇਸ਼ਰ ਤਾਂ ਬੈਠਾ ਹੈ ਸਭਨਾਂ ਦੇ ਹਿਰਦੇ ਘਰ ਵਿੱਚ। ਜੋਤ ਉਸਦੀ ਸਰਵ ਵਿਆਪਕ ਹੈ, ਜਰੇ ਜਰੇ ਵਿੱਚ ਰਮਿਆ ਹੈ। ਐਸਾ ਦਾਤਾ ਸਰਵ ਵਿਆਪਕ, ਪਰ ਘਟ ਘਟ ਵਿੱਚ ਪਰਮੇਸ਼ਰ ਦੀ ਜੋਤ ਸਮਾਈ ਹੋਈ ਕਿਹਨਾਂ ਨੇ ਜਾਣੀ? ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਗਈ। ਨਾਮ ਨੂੰ ਜਪਦੇ ਨੇ ਉਹ ਅਵਸਥਾ ਬਣ ਗਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਾਲਰ ਬੀਜ ਸਦੋਰਮਤ ਐਸੀ, ਨਿਗੁਰੇ ਕੀ ਨਿਸ਼ਾਨੀ। ਪਾਤਸ਼ਾਹ ਫਰਮਾਉਂਦੇ ਨੇ ਨਿਗੁਰੇ ਪੁਰਸ਼ ਪ੍ਰਤੀ ਬਚਨ ਕਹਿੰਦੇ ਨੇ। ਕਾਲਰ ਬੀਜ ਸਦੋਰਮਤ ਐਸੀ, ਖੋਟੀ ਬੁੱਧੀ ਵਾਲਾ ਨਿਗੁਰਾ ਪੁਰਸ਼ ਉਸਦੀ ਨਿਸ਼ਾਨੀ ਐਸੀ ਹੁੰਦੀ ਹੈ। ਜੋ ਗੁਰੂ ਪੀਰ ਦਾ ਨਹੀਂ ਬਣਿਆ, ਮੰਦ ਕਰਮਾਂ ਨੂੰ ਕਰਦਾ ਹੈ, ਵਿਸ਼ੇ ਵਕਾਰ ਭੋਗਦਾ ਹੈ, ਧਨ ਮਾੜੇ ਪਾਸੇ ਲਾਉਂਦਾ ਹੈ। ਇਹ ਗੁਰੂ ਪੁਰਸ਼ ਦੀ ਨਿਸ਼ਾਨੀ ਇਹੀ ਹੈ। ਕਾਲਰ ਬੀਜ, ਕਲਰ ਵਿੱਚ ਬੀਜ ਬੀਜ ਰਿਹਾ ਹੈ, ਨਹੀਂ ਉੱਗੇਗਾ, ਕੋਈ ਫਲ ਨਹੀਂ ਮਿਲਣਾ। ਦੁਰਮਤੀ ਐਸੀ ਨਿਗੁਰੇ ਕੀ ਨਿਸ਼ਾਨੀ। ਸਤਿਗੁਰ ਬਾਝੋਂ ਘੋਰ ਅੰਧਾਰਾ, ਡੂਬ ਮੋਏ ਬਿਨ ਪਾਣੀ। ਸਮਰੱਥ ਗੁਰੂ ਤੋਂ ਬਿਨਾ ਜਗਤ ਸੰਸਾਰੀਆਂ ਨੂੰ ਅਗਿਆਨ ਰੂਪੀ ਸਗਨ ਅੰਧੇਰਾ ਰਹਿੰਦਾ ਹੈ। ਅੰਧਕਾਰ ਦਾ ਅੰਧੇਰਾ ਹੋ ਰਿਹਾ। ਜਲ ਤੋਂ ਬਿਨਾ ਡੁੱਬ ਮੂਏ ਨੇ। ਇੱਕ ਤਾਂ ਜਲ ਵਿੱਚ ਡੁੱਬਦੇ ਨੇ, ਬਿਨਾਂ ਜਲ ਤੋਂ ਡੁੱਬ ਮੂਏ ਨੇ। ਨਾਸ ਰੂਪ ਜਗਤ ਯਦਪ, ਅਸਤ ਵੀ ਹੈ, ਝੂਠਾ ਹੈ, ਪਤਾ ਹੈ ਇੱਕ ਜਗਤ ਸੰਸਾਰ ਸੱਚਾ ਨਹੀਂ, ਇਹ ਸਦੀਵੀ ਰਹਿਣ ਵਾਲਾ ਨਹੀਂ। ਕੂੜ ਰਾਜਾ ਕੂੜ ਪਰਜਾ ਕੂੜ, ਸਭ ਸੰਸਾਰ ਪਤਾ ਹੈ ਕਿ ਝੂਠਾ ਹੈ ਸੱਚਾ ਨਹੀਂ। ਤਾਂ ਵੀ ਮਨੁੱਖ ਅਗਿਆਨ ਅਵਿਦਿਆ ਵਿੱਚ ਰਚਿਆ ਹੋਇਆ ਇਸ ਸੰਸਾਰ ਸੁੰਦਰ ਜਗਤ ਨੂੰ ਸੱਤ ਮੰਨ ਰਿਹਾ ਹੈ। ਸੱਤ ਜਾਣ ਕੇ ਲੰਪਟ ਹੋ ਗਿਆ, ਲੰਪਟ ਹੋਇਆ ਮਰ ਜਾਂਦਾ ਹੈ। ਵੀ ਕੀ ਬੀਤਦੀ ਹੈ ਜਨਮਾਂ ਵਿੱਚ, ਜੁਨੀਆਂ ਵਿੱਚ ਦੁੱਖ ਪਾਉਂਦਾ ਹੈ। ਡੂਬ ਮੋਏ ਬਿਨ ਪਾਣੀ, ਜੋ ਕਿਛ ਕੀਨੋ ਸੋ ਪ੍ਰਭੂ ਰਜਾਏ। ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ। ਜੋ ਕੁਝ ਕੀਤਾ ਮੇਰੇ ਪਰਵਰਦਗਾਰ ਨੇ ਆਪਣੀ ਰਜਾ ਵਿੱਚ ਕੀਤਾ ਹੈ। ਜੋ ਧੁਰੋਂ ਲੇਖ ਲਿਖਿਆ ਵਿਧਾਤਾ ਦਾ, ਆਪਾਂ ਇੱਕ ਕਦਮ ਵੀ ਚੱਲਦੇ ਹਾਂ ਲਿਖੇ ਹੋਏ ਨੇ। ਰੇ ਜਨ ਲੇਖੈ ਚਾਲੈ, ਲੇਖੈ ਵੈਸੈ ਲੇਖੈ ਲੈਂਦਾ ਸਾਹਾ। ਸੋ ਬੇਟਿਆ ਨਹੀਂ ਜਾਂਦਾ। ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਕੈਸੀ, ਸੂਲੀ ਤੋਂ ਸੂਲ ਬਣ ਜਾਂਦੀ ਹੈ। ਸੰਗਤ ਦਾ ਕੈਸਾ ਫਲ ਹੈ, ਵੱਡਾ ਦੁੱਖ ਛੋਟਾ ਹੋ ਕੇ ਨਿਕਲ ਜਾਂਦਾ ਹੈ। ਰੱਬ ਦੇ ਜਨ ਮਹਾਤਮਾ ਬਚਨ ਕਹਿ ਦੇਣ, ਕਿਉਂਕਿ ਉਹਨਾਂ ਦਾ ਕਿਹਾ ਦਰਗਾਹ ਵਿੱਚ ਮੰਨਿਆ ਜਾਣਾ ਹੈ।
ਹੋਣਹਾਰੀ ਟਾਲੇ ਸੰਤ ਮੋਏ ਕੋ ਜਵਾਲੇ ਸੰਤ। ਕਿਉਂਕਿ ਉਹ ਰੱਬ ਦੇ ਜਨ ਨੇ। ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਵੀ ਰੱਬ ਨੂੰ ਪਿਆਰੇ ਹੁੰਦੇ ਨੇ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਪਾਵਨ ਬਚਨ ਕਰਨੇ ਭਾਈ। ਰੱਬ ਤੋਂ ਪਰੇ ਵੀ ਕੋਈ ਹੱਦ ਰੱਬ ਦੇ ਭਗਤਾਂ ਸੰਤਾਂ ਦੀ ਹੈ। ਸਤਿਗੁਰੂ ਬਾਣੀ ਵਿੱਚ ਵੀ ਇਹ ਬਚਨ ਕਹਿੰਦੇ ਨੇ, ਸਾਰਾ ਜਗਤ ਸੰਸਾਰ ਉਸ ਤਰਲੋਕੀ ਦੇ ਮਾਲਕ ਪ੍ਰਭੂ ਦੇ ਵਸ ਵਿੱਚ ਹੈ, ਅਧੀਨ ਹੈ। ਪਰ ਉਹ ਮਾਲਕ ਵੀ ਕਿਸੇ ਦੇ ਵਸ ਵਿੱਚ ਹੈ। ਪਾਤਸ਼ਾਹ ਇਹ ਵੀ ਕਹਿੰਦੇ ਨੇ ਉਹ ਵੀ ਵਸ ਵਿੱਚ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ। ਹੇ ਮੇਰੇ ਪਰਵਰਦਗਾਰ, ਸਾਰਾ ਜਗਤ ਤੇਰੇ ਅਧੀਨ ਹੁਕਮ ਦੇ ਵਿੱਚ ਬੰਧਿਆ। ਸਭ ਕੋ ਤੇਰਾ ਵਸ ਅਗਮ ਅਗੋਚਰਾ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਤੂੰ ਵੀ ਭਗਤਾਂ ਦੇ ਵਸ ਵਿੱਚ ਹੈ। ਭਾਈ ਲੱਖੂ ਨੇ ਬਚਨ ਕਹਿ ਦਿੱਤੇ ਸੀ, ਆਵਾ ਕੱਚਾ ਰਵੇਗਾ ਕੱਚਾ ਹੀ ਰਿਹਾ। ਸਤਿਗੁਰਾਂ ਦੇ ਬਚਨ ਸੀ, ਅਰਦਾਸ ਕਰਾਓ ਸੰਗਤ ਨੂੰ ਪ੍ਰਸ਼ਾਦਾ ਛਕਾਓ। ਤੋ ਭਾਈ ਬੁੱਧੂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਗਿਆ, ਵਿਰਾਗ ਵਿੱਚ ਆ ਗਿਆ। ਪਾਤਸ਼ਾਹ ਬੜਾ ਕਰਜ਼ਾ ਚੁੱਕਿਆ, ਕਿਰਪਾ ਕਰੋ। ਪਾਤਸ਼ਾਹ ਕਹਿਣ ਲੱਗੇ, ਤੂੰ ਮੇਰੇ ਭਗਤ ਦੀ ਅਵਗਿਆ ਕੀਤੀ, ਉਸ ਨੂੰ ਪ੍ਰਸ਼ਾਦਾ ਨਹੀਂ ਛਕਾਇਆ। ਸ਼ਾ ਭੁੱਲ ਹੋ ਗਈ, ਕਿਉਂਕਿ ਭਗਤ ਨੇ ਬਚਨ ਕਹਿ ਦਿੱਤੇ ਸੀ, ਸੁਣੇ ਸੀ ਭਾਈ ਬੁੱਧੂ ਨੇ। ਪਾਤਸ਼ਾਹ ਹੁਣ ਬਖਸ਼ ਲਓ, ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਆਵਾ ਕੱਚਾ ਹੀ ਰਵੇਗਾ। ਦੋ ਬੜੀਆਂ ਬੇਨਤੀਆਂ ਕੀਤੀਆਂ, ਗਰੀਬ ਨਵਾਜ ਕਹਿਣ ਲੱਗੇ, ਪੱਕਿਆਂ ਦੇ ਭਾਅ ਵਿਕ ਜਾਵੇਗਾ। ਰਵੇਗਾ ਕੱਚਾ, ਕਿਉਂਕਿ ਬਚਨ ਮੇਰੇ ਭਗਤ ਦਾ ਬੋਲ ਹੈ, ਉਹ ਨਹੀਂ ਮੈਂ ਟਾਲ ਸਕਦਾ। ਮੇਰੀ ਬਾਂਦੀ ਭਗਤ ਛੁਡਾਵੈ। ਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ, ਪੱਕਾ ਆਵਾ ਨਿਕਲੇਗਾ, ਪੱਕ ਜਾਵੇਗਾ। ਬਚਨ ਕੀਤਾ ਸੀ, ਅਰਦਾਸ ਕਰਾਓ, ਸੇਵਾ ਕਰੋ। ਪਰ ਭਗਤ ਰੱਬ ਦਾ ਪਿਆਰਾ ਹੈ। ਮੇਰੀ ਬਾਂਦੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਖੇ। ਭਗਤ ਦੀ ਬੰਦੀ ਨੂੰ ਮੈਂ ਛੁਡਾ ਨਹੀਂ ਸਕਦਾ। ਏਕ ਸਮੇਂ ਮੋਹ ਕੋ ਗਹਿ ਬਾਂਧੇ, ਤੋਪਨ ਮੋਹ ਪੇ ਜਵਾਬ ਨਾ ਹੋਏ। ਮੇਰਾ ਭਗਤ ਮੇਰਾ ਪਿਆਰਾ ਮੈਨੂੰ ਬੰਨ ਵੀ ਲਵੇ, ਛੁੱਟਣ ਨੂੰ ਕੋਈ ਜਵਾਬ ਨਹੀਂ। ਕਿਵੇਂ ਛੁੱਟਾਂਗਾ, ਕਿਉਂਕਿ ਪ੍ਰੇਮ ਦੇ ਬੰਧਨ ਨਾਲ ਬੰਨਿਆ ਹੈ। ਪਾਤਸ਼ਾਹ ਫਰਮਾਉਂਦੇ ਨੇ, ਐਸੇ ਭਗਤ ਰੱਬ ਦੇ ਪਿਆਰੇ, ਜੋ ਰੱਬ ਦੀ ਰਜ਼ਾ ਵਿੱਚ ਰਹਿੰਦੇ ਨੇ। ਜੋ ਕਿਛ ਕੀਨੋ ਸੋ ਪ੍ਰਭੂ ਰਜਾਈ, ਉਹ ਰਜਾ ਮੰਨਦੇ ਨੇ, ਕਿਉਂਕਿ ਕਰਨਹਾਰ ਪ੍ਰਭੂ। ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ। ਜੋ ਧੁਰੋਂ ਲਿਖ ਦਿੱਤਾ ਲੇਖ ਮੇਰੇ ਵਿਧਾਤਾ ਦਾ, ਉਹ ਮੇਟਿਆ ਨਹੀਂ ਜਾਂਦਾ। ਪਰ ਗੁਰੂ ਨਾਨਕ ਦੇ ਘਰ ਆਇਆ, ਬਾਬਾ ਜੀ ਨੇ ਬਖਸ਼ਿਸ਼ਾਂ ਕਰਦੀਆਂ ਭਾਈ, ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਦੋ ਧੂੜੀ ਨੂੰ ਮਸਤਕ ਤੇ ਲਾਵਾਂਗੇ, ਕਿ ਬਖਸ਼ੀਸ਼ਾਂ ਨੇ, ਮਾੜੇ ਲੇਖ ਮਿਟ ਜਾਂਦੇ ਨੇ। ਬਾਬਾ ਤੇਰੇ ਦਰ ਮੁਕੱਦਰ ਸੇ ਵੀ ਜ਼ਿਆਦਾ ਮਿਲਤਾ ਹੈ, ਹਾਲਾਂਕਿ ਮੁਕੱਦਰ ਵੀ ਤੇਰੇ ਦਰ ਸੇ ਮਿਲਾ ਹੈ। ਕਿਉਂਕਿ ਗੁਰੂ ਨਾਨਕ ਦਾ ਘਰ ਹੀ ਐਸਾ ਹੈ। ਮਾਤਾ ਸੁਲੱਖਣੀ ਨੇ ਕਹਿ ਦਿੱਤਾ ਸੀ, ਪਾਤਸ਼ਾਹ ਜਦੋਂ ਸੰਗ ਸਾਧੂ ਦਾ ਹੋਇਆ, ਉੱਥੇ ਵੀ ਤੁਸੀਂ ਲਿਖਣ ਖਾਲ ਸੀ, ਉੱਥੇ ਨਹੀਂ ਲਿਖਿਆ, ਹੁਣ ਕਿਰਪਾ ਕਰ ਦਿਓ। ਕਾਗਜ਼ ਕਲਮ ਦਵਾਤ ਲੈ ਗਈ, ਕਿਉਂਕਿ ਸਾਧੂ ਨੇ ਸਮਤ ਦਿੱਤੀ। ਉਹ ਦਾਤਾ ਕੈਸਾ ਹੈ। ਗੁਰੂ ਹਰਗੋਬਿੰਦ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ 7 ਪੁੱਤਰ ਬਖਸ਼ ਦਿੱਤੇ, ਕਿਉਂਕਿ ਉੱਥੇ ਵੀ ਉਹੀ, ਇੱਥੇ ਵੀ ਉਹੀ ਹੈ। ਜੋ ਜਗਤ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜਗਤ ਦੇ ਮਾਲਕ ਨੇ। ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਬਚਨ ਕਰਨੇ,
ਭਾਈ ਇਹ ਦਰਗਾਹ ਦਾ ਨਕਸ਼ਾ, ਇਹੀ ਸੱਚਖੰਡ ਦਰਗਾਹ ਵਿੱਚ ਦੇਖੋਗੇ। ਇਹ ਬੈਕੁੰਠ ਨਗਰ ਹੈ ਜਿੱਥੇ ਰੱਬ ਦੇ ਜਨਾਂ ਦਾ ਵਾਸਾ। ਪਾਤਸ਼ਾਹ ਨੇ ਬਾਣੀ ਵਿੱਚ ਬਖਸ਼ਿਸ਼ਾਂ ਕੀਤੀਆਂ ਨੇ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਾਰਨ ਕਮਲ ਰਿਦ ਮਾਹੇ ਨਿਵਾਸਾ। ਹੁਕਮੇ ਵਾਦਾ ਕਾਰ ਕਮਾਏ, ਏਕ ਸ਼ਬਦ ਰਾਚੈ ਸੱਚ ਸਮਾਏ। ਹੁਕਮ ਦਾ ਵਧਿਆ ਹੋਇਆ ਜੀਵ ਕਰਮਾਂ ਨੂੰ ਕਰਦਾ ਹੈ, ਕਿਉਂਕਿ ਆਪਾਂ ਸੁਤੰਤਰ ਨਹੀਂ ਹਾਂ, ਅਧੀਨ ਹਾਂ ਉਸ ਦਾਤੇ ਮੇਰੇ ਪਰਿਪੂਰਨ ਪਰਮਾਤਮਾ ਦੇ। ਜਿਵੇਂ ਗੁਲਾਮ ਕਹਿ ਦਈਏ, ਜੇ ਮਨੁੱਖ ਆਖੇ ਮੈਂ ਕੁਝ ਤੋਂ ਕੁਝ ਕਰ ਦੂੰ, ਨਾ ਮੁਮਕਿਨ ਹੈ, ਕਿਉਂਕਿ ਕਰਨਹਾਰ ਉਹ ਦਾਤਾ ਹੈ। ਆਪਾਂ ਤਾਂ ਹੁਕਮ ਦੇ ਵਿੱਚ ਬੱਧੇ ਹੋਏ ਹਾਂ। ਹੁਕਮੇ ਵਾਦਾ ਕਾਰ ਕਮਾਏ, ਹੁਕਮ ਦੇ ਬੱਧੇ ਹੋਏ ਜੀਵ ਇਹ ਕਰਮਾਂ ਨੂੰ ਕਰ ਰਹੇ ਨੇ। ਏਕ ਸ਼ਬਦ ਰਾਚੈ ਸੱਚ ਸਮਾਏ, ਜੇ ਗੁਰੂ ਦੇ ਸ਼ਬਦ ਉਪਦੇਸ਼ ਵਿੱਚ ਰਚ ਜਾਵਣ, ਗੁਰ ਸ਼ਬਦੀ ਗੁਰਮਤੀਏ ਬਣ ਜਾਵਣ, ਤੇ ਸੱਚ ਵਿੱਚ ਸਮਾਵਣੀ ਹੋ ਜਾਂਦੀ ਹੈ। ਚੌਹ ਦਿਸੋ ਹੁਕਮ ਵਰਤੈ ਪ੍ਰਭ ਤੇਰਾ, ਚੌਹ ਦਿਸ ਨਾਮ ਪਤਾਲੰ। ਹੇ ਮੇਰੇ परिपूर्ण परमात्मा, तेरा हुक्म और नाम 4 और 4 8 दिस और आकाश पताल विच दसों दिशां विच वरत रहा। हुक्म अकाल पुरख दा चलदा है। सब मैं शब्द वरतै प्रभ साचा, करम मिलै बयालम। हे ਬ੍ਰਹਮ ਰੂਪ ਸੱਚੇ ਪ੍ਰਭੂ, ਤੂੰ ਸਦਾ ਸਪੁਰਤੀ ਕਰਕੇ ਸਭਨਾਂ ਵਿੱਚ ਵਰਤਦਾ ਹੈ। ਆਪਾਂ ਬੋਲਦੇ ਹਾਂ, ਇਹ ਸਦਾ ਸਪੁਰਤੀ ਮੇਰਾ ਪ੍ਰਭੂ ਦਿੰਦਾ ਹੈ, ਤਾਂ ਬੋਲ ਰਹੇ ਹਾਂ। ਤੇਰੇ ਕੋ ਉਹ ਮਿਲੇ ਨੇ ਮੇਰੇ ਵਾਹਿਗੁਰੂ। ਕੌਣ ਮਿਲਿਆ ਤੈਨੂੰ? ਜਿਨ੍ਹਾਂ ਦੇ ਉੱਤਮ ਕਰਮ ਔਰ ਗਿਆਨ ਰੂਪੀ ਦਿਨ ਉਦੇ ਹੋਇਆ। ਜਾਮਣ ਮਰਣਾ ਦੀਸੈ ਸਿਰ ਊਬੋ, ਖੁਦਿਆ ਨਿੰਦਰਾ ਕਾਲ। ਗਿਆਨ ਤੋਂ ਬਿਨਾਂ ਜੰਮਣਾ ਤੇ ਮਰਨਾ ਸਿਰ ਉੱਪਰ ਖੜਾ ਦਿਖਾਈ ਦਿੰਦਾ ਹੈ, ਬਿਨਾਂ ਗਿਆਨ ਤੋਂ। ਖੁਦਿਆ ਨਿੰਦਰਾ ਕਾਲ ਵੀ ਸਿਰ ਪਰ ਹੈ ਆਪਣੇ। ਮਤ ਕੋਈ ਕਹੇ ਕਿ ਅਜੇ ਮੈਂ ਮਰਨਾ ਨਹੀਂ, ਬੜਾ ਦੂਰ ਹੈ। ਨਾਨਕ ਨਾਮ ਮਿਲੈ ਮਨ ਭਾਵੈ, ਸਾਚੀ ਨਦਰ ਰਸਾਲੰ। ਕਿ ਰਸਾਂ ਦੇ ਘਰ ਮੇਰੇ ਗੁਰੂ ਨਾਨਕ ਪਾਤਸ਼ਾਹ ਬਚਨ ਕਹਿੰਦੇ ਨੇ, ਹੇ ਪਰਮੇਸ਼ਰ ਤੇਰਾ ਨਾਮ ਮੇਰੇ ਮਨ ਵਿੱਚ ਭਾਵਦਾ ਹੈ, ਬੜਾ ਪਿਆਰਾ ਲੱਗਦਾ ਹੈ। ਇਹ ਮੈਨੂੰ ਮਿਲੇ, ਸੱਚੀ ਨਜ਼ਰ ਹੋ ਜਾਵੇ, ਨਾਮ ਮੰਗਣਾ ਹੈ। ਨਾਮ ਦੀ ਦਾਤ ਗੁਰੂ ਨਾਨਕ ਦੇ ਘਰੋਂ ਮੰਗਣੀ, ਜੋ ਬਾਬਾ ਜੀ ਨੇ ਬਖਸ਼ਿਸ਼ਾਂ ਕੀਤੀਆਂ। ਨਾਨਕ ਸਰ ਭਗਤੀ ਦਾ ਘਰ, ਗੁਰੂ ਨਾਨਕ ਦਾ ਘਰ ਹੈ, ਬਖਸ਼ਿਸ਼ਾਂ ਦਾ ਦਰ ਹੈ। ਮਲਾਰ ਮਹੱਲਾ ਪਹਿਲਾ, ਮਰਨ ਮੁਕਤ ਗਤ ਸਾਰ ਨਾ ਜਾਣੈ, ਕੰਠੇ ਬੈਠੀ ਗੁਰ ਸ਼ਬਦ ਪਛਾਨੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਵਿੱਚ ਤਾਰਦੇ ਹੋਏ ਵਿਚਰ ਰਹੇ ਸਨ। ਕੀ ਸਤਿਗੁਰਾਂ ਨੇ ਤੱਕਿਆ, ਵਾਰਕ ਨੇਤਰਾਂ ਦੇ ਨਾਲ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਾਨ, ਜਿਵੇਂ ਉਹਨਾਂ ਧਾਨਾਂ ਵਿੱਚ ਇੱਕ ਆੜ ਨਾਮ ਪੰਛੀ ਹੁੰਦਾ ਹੈ, ਜੋ ਧਾਨ ਝੋਨਾ ਬੀਜਿਆ ਹੁੰਦਾ। ਆੜ ਨਾਮ ਪੰਛੀ ਬੈਠਾ ਹੈ, ਪਾਣੀ ਵਿੱਚੋਂ ਜੀਵ ਮਾਰ ਕੇ ਖਾਂਦਾ ਹੈ, ਤੇ ਇਹਨੂੰ ਜੀਵਨ ਨੇ ਜਾਲ ਵਿੱਚ ਫਸਾਇਆ ਹੋਇਆ ਸੀ। ਉਹ ਸਤਿਗੁਰਾਂ ਨੇ ਤੱਕਿਆ, ਦੇਖਿਆ, ਫਿਰ ਉਪਦੇਸ਼ ਦੇਣ ਲੱਗੇ, ਬਚਨ ਕਹਿਣ ਲੱਗੇ। ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ, ਮਰਨ ਮੁਕਤ ਗਤ ਸਾਰ ਨਾ ਜਾਣੈ।
ਕੰਠੈ ਬੈਠੀ ਗੁਰ ਸ਼ਬਦ ਪਛਾਨੈ। ਮਰਨ ਦੀ ਮੁਕਤੀ ਪਦ ਵਿੱਚ ਸਥਿਤੀ ਦੀ ਕੀ ਤੂੰ ਖਬਰ ਨਹੀਂ ਜਾਣਦੀ? ਗੁਰੂ ਦੇ ਸ਼ਬਦ ਪਛਾਨਣੇ ਤੇ ਤੂੰ ਕੰਢੇ ਨਿਆਰੀ ਬੈਠੀ, ਜਿਵੇਂ ਕੋਈ ਨਦੀ ਦੇ ਕੰਢੇ ਬੈਠਾ। ਗੁਰ ਸ਼ਬਦ ਨੂੰ ਤੈਨੇ ਨਹੀਂ ਪਹਿਚਾਣਿਆ, ਜੀਵ ਨੂੰ ਕਹਿੰਦੇ ਨੇ। ਕਦੇ ਤਾਂ ਵਿਚਾਰ ਨਹੀਂ ਕੀਤਾ ਕਿ ਮੌਤ ਨੇ ਕਦੋਂ ਆ ਜਾਣਾ। ਤੂੰ ਕੈਸੇ ਆੜ ਫਾਥੀ ਜਾਲ, ਅਲਖ ਨ ਜਾਚੇ ਹਿਰਦੈ ਸਮਾਲ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਜੀਵ ਰੂਪੀ ਆੜ, ਉਸ ਪੰਛੀ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਮਨੁੱਖ ਨੂੰ। ਮੋਹ ਰੂਪੀ ਜਾਲ ਵਿੱਚ ਕਿਵੇਂ ਫਸ ਰਹੀ ਹੈ? ਮੋਹ ਹੈ ਜੋ ਸੰਬੰਧੀਆਂ ਦਾ ਜਾਲ, ਮੋਹ ਦਾ ਹੈ ਜੋ ਸਰਬ ਦੀ ਸੰਭਾਲ, ਖਾਨ ਪਾਨ ਆਦਿਕ ਦੀ ਖਬਰ ਲੈਣ ਵਾਲਾ ਮੇਰਾ ਵਾਹਿਗੁਰੂ। ਜਿਸ ਅਲਖ ਨੂੰ ਹਿਰਦੇ ਵਿੱਚ ਕਿਉਂ ਨਹੀਂ ਜਾਚਦੀ, ਕਿਉਂ ਨਹੀਂ ਸੰਭਾਲਣਾ ਕੀਤਾ? ਪਰਮੇਸ਼ਰ ਵਿਚਾਰ ਕਿਉਂ ਨਹੀਂ ਕਰਦੀ? ਵਿਚਾਰ ਕਰ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜੋ ਮਨ ਚਿਤ ਨਾ ਚੇਤੇ ਸੰਸੋ ਗਾਲੀ, ਰੱਬ ਕੀਓ ਰੱਬ ਕਰ ਦਿੰਦਾ ਹੈ। ਜੋ ਮਨ ਚਿਤ ਚੇਤੇ ਵਿੱਚ ਵੀ ਨਹੀਂ, ਮਨ ਕੀ ਮਨ ਹੀ ਮਾਹੇ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਕਾਲ ਨਹੀਂ ਗ੍ਰਸਦੇ, ਮਨ ਦੀਆਂ ਮਨ ਵਿੱਚ ਰਹਿ ਗਈਆਂ। ਪਾਤਸ਼ਾਹ ਫਰਮਾਉਂਦੇ ਨੇ, ਏਕ ਜੀ ਕੈ ਜੀਆਂ ਖਾਹੀ, ਜਲ ਤਰਤੀ ਬੂਢੀ ਜਲ ਮਾਹੀ। ਇੱਕ ਆਪਣੇ ਜੀਵ ਦੀ ਰੱਖਿਆ ਪਾਲਣਾ ਵਾਸਤੇ ਕਈ ਜੀਵਾਂ ਨੂੰ ਖਾਂਦੀ ਹੈ ਉਹ ਆੜ। ਝੋਨੇ ਵਿੱਚੋਂ ਕਈ ਜੀਵਾਂ ਨੂੰ ਖਾਂਦੀ ਹੈ। ਪਦਾਰਥਾਂ ਵਿੱਚ ਤਰਦੀ ਹੋਈ, ਵਿਸ਼ਿਆਂ ਨੂੰ ਭੋਗਦੀ ਹੋਈ, ਵਿਸ਼ੇ ਜਲ ਵਿੱਚ ਡੁੱਬ ਗਏ। ਇਹ ਜੀਵ ਇਸ ਤਰ੍ਹਾਂ ਕਰਦਾ ਹੈ। ਸਰਬ ਜੀ ਕੀਏ ਪ੍ਰਤ ਪਾਨੀ, ਜਬ ਪਕੜੀ ਤਬ ਹੀ ਪਛਤਾਨੀ। ਇਹ ਮਨੁੱਖ ਪਛਤਾਉਂਦਾ ਕਦੋਂ ਹੈ? ਸਤਿਗੁਰੂ ਫਰਮਾਉਂਦੇ ਨੇ, ਸਰਬ ਜੀਵਾਂ ਨੂੰ ਤੈਨੇ ਹੱਥਾਂ ਸਾਥ ਪਕੜ ਕੇ ਮਾਰਿਆ। ਬੜੇ ਘਾਤ ਕੀਤੇ, ਜਿਵੇਂ ਮਨੁੱਖ ਕਰਦਾ, ਜਿਵੇਂ ਆੜ ਕਰਦੀ ਹੈ ਉਹ ਜਾਨਵਰ। ਜਬ ਜਮਦੂਤਾਂ ਨੇ ਤੈਨੂੰ ਪਕੜਿਆ, ਸੰਗਲ ਗਲ ਵਿੱਚ ਪਾ ਲਏ, ਤਾਂ ਪਛਤਾਪ ਕਰਨ ਵਾਲੀ ਹੋਵੇਂਗੀ, ਪਛਤਾਵੇਂਗੀ। ਫਿਰ ਪਛਤਾਇਆ ਸਤ ਸੰਗੀ ਜਨੋ, ਉਹ ਵੇਲਾ ਨਹੀਂ ਹੱਥ ਆਉਂਦਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਉਹ ਕੰਮ ਤੂੰ ਮੂਲ ਹੀ ਨਾ ਕਰ ਜੋ ਬਾਅਦ ਵਿੱਚ ਰੋਣਾ ਪਵੇ, ਪਛਤਾਣਾ ਪਵੇ। ਫਿਰ ਪਛਤਾਇਆ ਉਹ ਵੇਲਾ ਨਹੀਂ ਹੱਥ ਆਉਂਦਾ। ਜਬ ਗਲ ਫਾਸ ਪੜੀ ਅਤ ਭਾਰੀ, ਊਡ ਨ ਸਾਕੈ ਪੰਖ ਬਸਾਰੀ। ਜਬ ਜਮਾਂ ਦੀ ਫਾਸੀ ਅਤੀ ਭਾਰੀ ਗਲ ਵਿੱਚ ਪਵੇਗੀ, ਸੰਗਲ ਭਾਰੇ ਪੈਂਦੇ ਨੇ। ਜਿੱਡੇ ਵੱਡੇ ਪਾਪ ਉਹਨੇ ਵੱਡੇ, ਫਿਰ ਸੰਗਲ ਵੀ ਗਲ ਵਿੱਚ ਪੈਂਦੇ ਨੇ। ਤਬ ਇੰਦਰੇ ਰੂਪ ਪੰਖਾਂ ਨੂੰ ਪਸਾਰ ਕੇ ਉੱਡ, ਭਾਗ ਨਹੀਂ ਸਕੇਗੀ। ਜਗਤ ਵਿੱਚ ਤਾਂ ਲੁਕ ਛਿਪ ਕੇ ਧਨ ਮਾਇਆ ਪਦਾਰਥ ਦੇ ਕੇ ਛੁੱਟ ਜਾਵੇਂਗੀ। ਉਹ ਸੱਚੀ ਦਰਗਾਹ ਵਿੱਚ ਛੁਟਕਾਰਾ ਨਹੀਂ ਹੋਣਾ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਸੱਚੇ ਪਰਮੇਸ਼ਰ ਦੀ ਦਰਗਾਹ ਵਿੱਚ ਸੱਚੋ ਸੱਚ ਦੇ ਨਿਬੇੜੇ ਹੋਣੇ ਨੇ। ਰਸ ਚੂਗੇ ਮਨ ਮੁਖ ਗਾਵਾਰ, ਪਾਥੀ ਛੂਟੇ ਗੁਣ ਗਿਆਨ ਵਿਚਾਰ। ਹੇ ਮਨਮੁਖ ਗਵਾਰੀ, ਆਨੰਦ ਸਹਿਤ ਚੋਗ ਨੂੰ ਚੁਗਦੀ ਹੈ। ਕੈਸਾ ਚੋਗ? ਵਿਸ਼ਿਆਂ ਨੂੰ ਭੋਗਦੀ ਹੈ। ਤੂੰ ਫਾਤੀ ਹੋਈ ਗਿਆਨ ਵਿਚਾਰ ਆਦਿ ਗੁਨਾਹ ਕਰਕੇ ਛੁੱਟੇਂਗੀ। ਇਹ ਵਿਚਾਰ ਕਰ ਲੈ।
ਕਿਉਂਕਿ ਇਹਨਾਂ ਵਿਕਾਰਾਂ ਦੇ ਘਣੇ ਦੁੱਖ ਨੇ। ਸਤਿਗੁਰਾਂ ਦੇ ਪਾਵਨ ਬਚਨ ਵੀ ਨੇ। ਨਿਮਕ ਕਾਮ ਸੁਆਦ ਕਾਰਨ ਕੋਟ ਦਿਨਸ ਦੁੱਖ ਪਾਵੈ। ਇੱਕ ਨਿਮਕ ਦੇ ਕਾਮ ਦੇ ਬਦਲੇ ਕਰੋੜਾਂ ਦਿਨ ਦੁੱਖ। ਯਾਦ ਰੱਖ, ਜਨਮਾਂ ਦੀ ਡੇਟ ਪੈ ਜਾਣੀ ਹੈ, ਫਿਰ ਮੇਲ ਨਹੀਂ ਹੁੰਦਾ, ਫਿਰ ਇਹ ਜਨਮ ਦੀ ਵਾਰੀ ਨਹੀਂ ਮਿਲਦੀ। ਜੈਸਾ ਕਰਮ ਦਾ ਬੀਜ ਤਨ ਰੂਪੀ ਧਰਤੀ ਵਿੱਚ ਬੀਜਾਂਗੇ, ਇੱਕ ਦਿਨ ਉਹ ਆਵੇਗਾ ਜੋ ਵੱਢਣਾ ਪਵੇਗਾ। ਉਦੋਂ ਰੋਣਾ ਤੇ ਪਛਤਾਣਾ ਹੀ ਰਹਿ ਜਾਣਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਸੇਵ ਟੂਟੈ ਜਮ ਕਾਲ, ਹਿਰਦੈ ਸਾਚਾ ਸ਼ਬਦ ਸਮਾਲ। ਸਤਿਗੁਰੂ ਨੂੰ ਜਪਿਆ, ਗੁਰੂ ਵਾਲੇ ਬਣਿਆ, ਜਮ ਕਾਲ ਦਾ ਜਾਲ ਟੁੱਟ ਜਾਂਦਾ। ਇਹਦੇ ਵਿੱਚ ਸੱਚੇ ਸ਼ਬਦ ਦਾ ਸਮਾਵਣਾ ਕਰ, ਗੁਰ ਸ਼ਬਦੀ ਗੁਰਮਤੀਆ ਬਣ। ਗੁਰਮਤਿ ਸਾਚੀ ਸ਼ਬਦ ਹੈ ਸਾਰ, ਹਰਿ ਕਾ ਨਾਮ ਰਖੈ ਔਰ ਤਾਰ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੂੰ ਸੱਚੀ ਗੁਰੂ ਸਿੱਖਿਆ ਭਾਈ ਪ੍ਰਾਪਤ ਹੋਈ, ਜਿਨ੍ਹਾਂ ਨੇ ਬ੍ਰਹਮ ਨੂੰ ਸੰਭਾਲਿਆ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ ਉਹਨਾਂ ਨੇ। ਸੇ ਦੁਖ ਆਗੈ ਜੇ ਭੋਗ ਵਿਲਾਸੇ, ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ। ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਬਚਨ ਕਹਿੰਦੇ ਨੇ, ਪਿਆਰਿਓ, ਸੇ ਦੁੱਖ ਆਗੈ ਜੇ ਭੋਗ ਵਿਲਾਸੇ। ਇਹ ਯਾਦ ਰੱਖ, ਜੋ ਪੁਰਸ਼ ਭੋਗਾਂ ਵਿੱਚ ਵਿਲਾਸ ਕਰਦੇ ਨੇ, ਰਾਗ ਰੰਗ ਭੋਗ ਰਸ ਮਾਣਦੇ ਨੇ, ਸੋ ਅੱਗੇ ਦੁੱਖ ਪਾਉਂਦੇ ਨੇ ਭਾਈ। ਇਹ ਬਚਨ ਤਿੰਨ ਕਾਲ ਸਤ ਨਹੀਂ, ਅਸਤ ਨਹੀਂ। ਸੱਚੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਨੂੰ ਮੁਕਤ ਪ੍ਰਾਪਤ ਕਦੇ ਹੁੰਦੀ ਹੀ ਨਹੀਂ। ਮਲਾਰ ਮਹਲਾ ਤੀਜਾ, ਅਸ਼ਟਪਦੀਓਂ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਰਮ ਹੋਵੈ ਤਾਂ ਸਤਿਗੁਰ ਪਾਈਐ, ਬਿਨ ਕਰਮੈ ਪਾਇਆ ਨਾ ਜਾਏ। ਜੇ ਪਰਮੇਸ਼ਰ ਦੀ ਕਿਰਪਾ ਹੋਵੇ, ਗੁਰੂ ਨਾਨਕ ਦੀ ਰਹਿਮਤ ਹੋਵੇ, ਪੂਰਨ ਗੁਰੂ ਤਬ ਹੀ ਮਿਲਦਾ। ਕਿਰਪਾ ਤੋਂ ਬਿਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ, ਖਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਿਰਪਾ ਮੇਰੀ ਪਰਿਪੂਰਨ ਪਰਮਾਤਮਾ ਦੀ ਹੋਈ, ਗੁਰੂ ਨਾਨਕ ਦੀ ਹੋਈ, ਪੂਰਨ ਸੰਤ ਮਿਲਿਆ ਹੋਇਆ ਮਿਲ ਗਿਆ। ਅਗਿਆਨ ਦਾ ਨਾਸ, ਗਿਆਨ ਦਾ ਪ੍ਰਕਾਸ਼ ਹੋ ਗਿਆ। ਬਿਨ ਕਰਮੈ ਪਾਇਆ ਨਾ ਜਾਏ, ਬਿਨਾਂ ਕਰਮਾਂ ਤੋਂ ਨਹੀਂ ਮਿਲਦਾ। ਇਹ ਬਖਸ਼ਿਸ਼ ਮੇਰੇ ਪਰਮੇਸ਼ਰ ਦੀ ਫਿਰ ਮੇਲ ਹੋ ਜਾਂਦਾ ਹੈ। ਸਤਿਗੁਰ ਮਿਲਿਆ ਕੰਚਨ ਹੋਈਐ, ਜਾਂ ਹਰ ਕੀ ਹੋਏ ਰਜਾਏ। ਸਤਿਗੁਰੂ ਨੂੰ ਮਿਲਿਆ, ਕੰਚਨ ਸੋਨੇ ਨੂੰ ਕਹਿੰਦੇ ਨੇ। ਫਿਰ ਗੁਰੂ ਨੂੰ ਮਿਲਿਆ ਕੈਸੀ ਬਖਸ਼ਿਸ਼। ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਗੁਰੂ, ਪੂਰਨ ਸੰਤ ਬ੍ਰਹਮ ਗਿਆਨੀ। ਕੈਸੀ ਬਖਸ਼ਿਸ਼। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਅਨੇਖਾ। ਪੂਰਨ ਗੁਰੂ ਮਿਲ ਗਿਆ, ਮਨੂਰ ਤੋਂ ਸ਼ੁੱਧ ਕੰਚਨ ਬਣ ਗਿਆ। ਸਤਿਗੁਰੂ ਤਾਂ ਮਿਲਦਾ ਜਾਂ ਖਰੀ ਦੀ ਆਗਿਆ ਹੁੰਦੀ ਹੈ, ਜਾਂ ਖਰ ਕੀ ਹੋਏ ਰਜਾਏ। ਆਗਿਆ ਉਸ ਅਕਾਲ ਪੁਰਖ ਦੀ,
ਫਿਰ ਮਿਲਦਾ ਹੈ ਬ੍ਰਹਮ ਦੇ ਵਿੱਚ ਰਤਿਆ ਹੋਇਆ ਮਹਾਤਮਾ। ਮਨ ਮੇਰੇ ਹਰ ਹਰ ਨਾਮ ਚਿਤ ਲਾਏ, ਸਤਿਗੁਰ ਤੇ ਹਰ ਪਾਈਐ ਸਾਚਾ, ਹਰ ਸਿਉ ਰਹਿ ਸਮਾਏ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪ ਗੁਰੂ ਧਾਰਨ ਕੀਤਾ, ਬਖਸ਼ਿਸ਼ ਤਰਲੋਕੀ ਦੇ ਮਾਲਕ ਦੀ, ਪਾਤਸ਼ਾਹ ਆਪ ਕਹਿੰਦੇ ਨੇ ਕਿਰਪਾ ਹੋਈ, ਮੇਲ ਸਮਰੱਥ ਗੁਰੂ ਨਾਨਕ ਹੋ ਗਿਆ। ਮਨ ਮੇਰੇ ਹਰ ਹਰ ਨਾਮ ਚਿਤ ਲਾਏ, ਸਤਿਗੁਰ ਤੇ ਹਰ ਪਾਈਐ ਸਾਚਾ, ਹਰਿ ਸਿਉ ਰਹਿ ਸਮਾਏ। ਕਿ ਮੇਰੇ ਪਿਆਰਿਆ, ਮਨ ਬਾਣੀ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਚਿਤ ਲਾ। ਬੇਨਤੀ ਕੀਤੀ, ਕਿੱਥੋਂ ਪ੍ਰਾਪਤ ਹੁੰਦਾ? ਪਾਤਸ਼ਾਹ ਕਹਿਣ ਲੱਗੇ, ਸਤਿਗੁਰੂ ਤੋਂ ਸੱਚਾ ਹਰੀ ਮਿਲਦਾ ਹੈ। ਗੁਰੂ ਤੋਂ ਪ੍ਰਾਪਤੀ ਹੈ, ਗੁਰੂ ਤੋਂ ਬਿਨਾਂ ਨਹੀਂ। ਔਰ ਪਾ ਕੇ ਪੁਰਸ਼ ਹਰੀ ਦੇ ਸਾਥ ਅਭੇਦ ਹੋ ਜਾਂਦਾ ਹੈ। ਸਤਿਗੁਰ ਤੇ ਗਿਆਨ ਉਪਜੈ, ਤਾਂ ਇਹ ਸੰਸਾਰ ਜਾਏ। ਮਨੁੱਖ ਸੰਸ਼ੇ ਭਰਮ ਵਿੱਚ ਦਿਨ ਰਾਤ ਵਿਚਰਦਾ ਹੈ। ਔਰ ਜਦੋਂ ਗੁਰੂ ਵਾਲਾ ਬਣਦਾ, ਗੁਰੂ ਦਾ ਉਪਦੇਸ਼ ਮੰਨਦਾ, ਗਿਆਨ ਪ੍ਰਗਟ ਹੋ ਜਾਂਦਾ ਹੈ। ਇਹ ਪ੍ਰਤੱਖ ਸੰਸਾ ਇਸ ਜੀਵ ਦਾ ਚਲਾ ਜਾਂਦਾ ਹੈ। ਸਤਿਗੁਰ ਤੇ ਹਰ ਬੁੱਝੀਐ, ਗਰਭ ਜੋਨੀ ਨਹਿ ਪਾਏ। ਸਤਿਗੁਰੂ ਤੋਂ ਪਰਮੇਸ਼ਰ ਮਿਲਦਾ ਹੈ, ਗਰਭ ਜੋਨੀ ਵਿੱਚ ਫਿਰ ਨਹੀਂ ਪੈਂਦਾ। ਗੁਰ ਪ੍ਰਸਾਦੀ ਜੀਵਤ ਮਰੈ, ਮਰ ਜੀਵੈ ਸ਼ਬਦ ਕਮਾਏ। ਗੁਰੂ ਦੀ ਪ੍ਰਸੰਨਤਾ ਕਰਕੇ ਸ਼ਬਦ ਕਮਾ ਕੇ ਜੀਵਤ ਭਾਵ ਮਰ ਜਾਂਦਾ। ਜੀਵ ਭਾਵ ਤੋਂ ਮਰਦਾ ਹੈ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਜੋ ਜਿਉਂਦਾ ਨਹੀਂ ਮਰਦਾ, ਉਹ ਮੁਕਤ ਵੀ ਨਹੀਂ ਹੁੰਦਾ, ਜਿਉਂਦਾ ਮਰਨਾ ਪੈਂਦਾ। ਪਰਮੇਸ਼ਰ ਨੂੰ ਮਿਲਦਾ, ਉਹ ਸਦੀਵੀ ਜਿਉਂਦਾ ਹੈ। ਮੁਕਤ ਦੁਆਰਾ ਸੋਈ ਪਾਏ, ਜੇ ਵਿੱਚੋਂ ਆਪ ਗਵਾਏ। ਆਪ ਗਵਾਈਏ ਤਾਂ ਸਹੁ ਪਾਈਏ, ਔਰ ਕੈਸੀ ਚਤਰਾਈ, ਆਪਣਾ ਆਪ ਗਵਾਣਾ ਪੈਂਦਾ ਹੈ। ਮੁਕਤੀ ਦਾ ਦਰਵਾਜ਼ਾ ਕਿਹੜਾ ਹੈ? ਗਿਆਨ ਹੈ, ਉਹ ਪਾ ਲੈਂਦਾ ਹੈ। ਜੋ ਵਿੱਚੋਂ ਆਪਾ ਭਾਵ ਗਵਾ ਦਵੇ ਕਿ ਮੈਂ ਕੁਝ ਵੀ ਨਹੀਂ, ਸਭ ਕੁਝ ਮੇਰੀ ਮੁਰਸ਼ਿਦ ਸਮਰੱਥ ਦਾ ਹੈ, ਮੇਰਾ ਤਾਂ ਕੁਝ ਨਹੀਂ, ਗੁਰੂ ਨੂੰ ਭੇਟਾ ਕਰ ਦਿੱਤਾ। ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਏ। ਗੁਰੂ ਨੂੰ ਦਿੱਤਾ ਹੈ। ਗੁਰ ਪ੍ਰਸਾਦੀ ਸ਼ਿਵ ਘਰ ਜਮੈ, ਵਿੱਚ ਹੋਂ ਮੁਕਤ ਗਵਾਏ। ਗੁਰੂ ਦੀ ਕਿਰਪਾ ਪ੍ਰਸਾਦ ਕਰਕੇ ਪ੍ਰਮਾਤਮਾ ਸਰੂਪ ਵਿੱਚ ਸਥਿਤ ਹੋ ਜਾਵੇ। ਮਾਇਆ ਮਨ ਵਿੱਚੋਂ ਗਵਾ ਦੇ, ਮਾਇਆ ਦਾ ਮੋਹ ਛੱਡਣਾ ਪੈਂਦਾ ਹੈ। ਅਚਾਰ ਚਰੈ ਬਵੇਕ ਬੁੱਧ ਪਾਏ, ਪੁਰਖੈ ਪੁਰਖ ਮਿਲਾਏ। ਅਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਅਚਾਰ ਕਿਹੜੇ ਨੇ? ਨਾ ਚਰਨ ਵਾਲੇ, ਨਾ ਬਸ ਵਿੱਚ ਹੋਵਣ ਵਾਲੇ। ਕੌਣ? ਕਾਮ ਕ੍ਰੋਧ ਲੋਭ ਮੋਹ ਹੰਕਾਰੇ ਵਿਕਾਰ ਨੇ ਪੰਜ। ਪਾਤਸ਼ਾਹ ਕਹਿੰਦੇ ਅਚਾਰ ਚਰੈ ਬਵੇਕ ਬੁੱਧ ਪਾਏ। ਉਦੋਂ ਮਿਲੇਗੀ ਜਦੋਂ ਇਹਨਾਂ ਨੂੰ ਤਿਆਗੇਗਾ, ਇਹਨਾਂ ਵਿਕਾਰਾਂ ਦਾ ਭਾਵ ਕਰੇਗਾ, ਤਾਂ ਬੁੱਧੀ ਵਿੱਚ ਵਿਵੇਕ ਪਾ ਲਵੇਗਾ। ਦੇਵੀ ਗੁਣਾ ਦਾ ਰਾਜਾ ਵਿਵੇਕ ਹੈ। ਉਸ ਪੁਰਸ਼ ਨੂੰ ਪਰਮਾਤਮਾ ਪੁਰਖ ਆਪਣੇ ਸਾਥ ਆਪ ਮਿਲਾ ਲੈਂਦਾ। ਪਾਤਸ਼ਾਹ ਦੇ ਬਚਨ ਨੇ
इन्हां नूं जितण वाला भी वड्डा सूरमा है। जिन मिल मारे पंच सूरवीर, ऐसो कौन बली रे। जिन पंच मार बदार गुदारे, सो पूरा ਇਹ ਕਲੀ ਰੇ। ਉਹ ਕਲਯੁਗ ਵਿੱਚ ਪੂਰਨ ਸੰਤ ਭਗਤ ਹੈ, ਜਿਨ੍ਹਾਂ ਨੇ ਪੰਜਾਂ ਤੇ ਫਤਿਹ ਪਾ ਲਈ। ਕਿਉਂਕਿ ਇਹ ਵੀ ਸੂਰਬੀਰ ਯੋਧੇ ਨੇ। ਪਾਤਸ਼ਾਹ ਫਰਮਾਉਂਦੇ ਨੇ ਅਚਰ ਚਰੈ, ਬੜੇ ਬਲ ਵਾਲੇ ਨੇ। ਵਿਵੇਕ ਬੁੱਧ ਪਾਏ, ਪੁਰਖ ਹੈ ਪੁਰਖ ਮਿਲਾਏ। ਫਿਰ ਪਰਮਾਤਮਾ ਪੁਰਖ ਵਿੱਚ ਸਾਥ ਆਪ ਮਿਲ ਜਾਂਦਾ, ਇੱਕ ਹੋ ਜਾਂਦਾ ਹੈ। ਧਾਤੁਰ ਬਾਜੀ ਸੰਸਾਰ ਅਚੇਤ ਹੈ, ਚੱਲੈ ਮੂਲ ਗਵਾਏ। ਸੰਸਾਰਵਾਦੀ ਧਾ ਜਾਣ ਵਾਲੀ, ਇਹ ਸਦੀਵੀ ਨਹੀਂ ਰਹਿਣ ਵਾਲੀ। ਨਾਸਵੰਤ ਖਿੰਨ ਪੰਕਰ, ਇਹ ਜੀਵ ਅਚੇਤ ਹੋ ਰਿਹਾ, ਜਾਂ ਇੱਥੇ ਸਵਾਸਾਂ ਨੂੰ ਮੂਲ ਨੂੰ ਗਵਾ ਕੇ ਚਲਿਆ ਜਾ ਰਿਹਾ ਹੈ। ਇਹ ਸਵਾਸ ਅਮੋਲਕ, ਇਸ ਮਨੁੱਖ ਨੇ ਅਮੋਲਕ ਸਵਾਸਾਂ ਦੀ ਕਦਰ ਨਾ ਜਾਣੀ। ਜਿਨ੍ਹਾਂ ਸਵਾਸਾਂ ਦਾ ਕੋਈ ਮੁੱਲ ਨਹੀਂ, ਰੱਬ ਦੇ ਜਨ ਜਾਣਦੇ ਨੇ, ਉਹਨਾਂ ਨੂੰ ਪਤਾ ਇਹ ਸਵਾਸ ਜੋ ਅਮੋਲਕ ਰੱਬ ਦੇ ਜਨ ਵਿਅਰਥ ਨਹੀਂ ਜਾਣ ਦਿੰਦੇ। ਉਹ ਉਪਦੇਸ਼ ਦਿੰਦੇ ਨੇ ਦੁਨੀਆ ਦੇ ਲੋਗੋ, ਜਪੋ ਨਾਮ ਨੂੰ, ਇਹਨਾਂ ਸਵਾਸਾਂ ਦਾ ਲਾਹਾ ਲੈ ਲਓ। ਤੁਸੀਂ ਪਰਦੇਸੀ ਹੋ, ਮੁਸਾਫਰ ਹੋ, ਸਦੀਵੀ ਰਹਿਣਾ ਨਹੀਂ। ਜਦੋਂ ਹੁਕਮ ਆ ਜਾਣਾ, ਜਾਣਾ ਪਵੇਗਾ। ਲਾਹਾ ਹਰ ਸਤ ਸੰਗਤ ਪਾਈਐ, ਕਰਮੀ ਪੱਲੇ ਪਾਏ। ਪਰਮੇਸ਼ਰ ਦੇ ਨਾਮ ਦਾ ਲਾਹਾ ਸਤ ਸੰਗਤ ਕਰਕੇ ਨਸੀਬ ਹੁੰਦਾ ਹੈ। ਜੋ ਲਾਹਾ ਇਹ ਸੰਗਤ ਇੰਜ ਨਹੀਂ ਮਿਲ ਜਾਂਦੀ। ਪਾਤਸ਼ਾਹ ਗੁਰਦੇਵ ਬਚਨ ਕਹਿੰਦੇ ਨੇ, ਕਰਮਾਂ ਦੇ ਅਨੁਸਾਰ ਪੱਲੇ ਪੈਂਦੀ ਗੁਰੂ ਨਾਨਕ ਦੇ ਘਰ ਦੀ ਸੰਗਤ ਅਜਾਈ ਨਹੀਂ ਮਿਲਦੀ ਕਿ ਇੰਜ ਮਿਲ ਜਾਂਦੀ। ਕਰਮੀ ਪੱਲੇ ਪਾਏ, ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇ ਦਾਤਾ। ਕਰਮਾਂ ਤੋਂ ਬਿਨਾਂ ਨਹੀਂ। ਕਰਮ ਹੋਵਣ ਫਿਰ ਸੰਗਤ ਸਾਧੂ ਦੀ ਮਿਲਦੀ। ਸਤ ਗੁਰ ਬਿਨ ਕਿਨੈ ਨਾ ਪਾਇਆ, ਮਨ ਵੇਖੋ ਹਿਰਦੈ ਵਿਚਾਰ। ਸਤ ਗੁਰੂ ਤੋਂ ਬਿਨਾਂ ਪਰਮੇਸ਼ਰ ਨੂੰ ਅੱਗੇ ਪਿੱਛੇ ਕਿਸੇ ਨੇ ਨਹੀਂ ਪਾਇਆ। ਮਨ ਦੇ ਵਿੱਚ ਵਿਚਾਰ ਕਰਕੇ ਦੇਖ ਲਵੋ, ਕਿਉਂਕਿ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਗੁਰੂ ਤੋਂ ਬਿਨਾਂ ਗਤ ਨਹੀਂ। ਬੜ ਭਾਗੀ ਗੁਰ ਪਾਇਆ, ਭਵ ਜਲ ਉਤਰੇ ਪਾਰ। ਵੱਡਿਆਂ ਭਾਗਾਂ ਵਾਲਿਆਂ ਨੇ ਸਮਰੱਥ ਗੁਰੂ ਮੁਰਸ਼ਿਦ ਨੂੰ ਪਾਇਆ। ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਉਹ ਹਰ ਸਮੇਂ ਇਸ ਤਰ੍ਹਾਂ ਉਸ ਤਰਲੋਕੀ ਦੇ ਮਾਲਕ ਮੇਰੇ ਵਾਹਿਗੁਰੂ ਅੱਗੇ ਬੇਨਤੀਆਂ ਅਰਦਾਸਾਂ ਕਰਦੇ ਨੇ। ਹਰ ਨਾਮ ਹਰ ਟੇਕ ਹੈ, ਹਰ ਹਰ ਨਾਮ ਆਧਾਰ। ਹੇ ਮੇਰੇ ਹਰੀ ਮੇਰੇ ਗੁਰੂ ਨਾਨਕ, ਦੁੱਖਾਂ ਦੇ ਹਰਨ ਵਾਲੇ, ਹਰ ਪ੍ਰਕਾਰ ਹਰ ਵਕਤ ਤੇਰੇ ਨਾਮ ਦੀ ਓਟ ਹੈ ਪਾਤਸ਼ਾਹ। ਮਨ ਬਾਣੀ ਕਰਕੇ ਤੇਰੇ ਨਾਮ ਦਾ ਆਸਰਾ, ਟੇਕ ਤੇਰੇ ਨਾਮ ਦੀ ਲਈ, ਜਪਦੇ ਹਾਂ ਤੇਰੇ ਨਾਮ ਨੂੰ। ਕਿਰਪਾ ਕਰੋ ਗੁਰ ਮੇਲੋ ਹਰ ਜੀਓ, ਪਾਵੋ ਮੋਖ ਦੁਆਰ। ਇਹ ਮੇਰੇ ਵਾਹਿਗੁਰੂ ਜੀ, ਕਿਰਪਾ ਕਰਕੇ ਗੁਰੂ ਨੂੰ ਬੁਲਾਵੋ ਕਿ ਮੈਂ ਗਿਆਨ ਨੂੰ ਪਾਵਾਂ। ਮਸਤਕ ਲਲਾਟ ਲਿਖਿਆ ਧੁਰ ਠਾਕੁਰ, ਮੇਟਣਾ ਨਾ ਜਾਏ। ਜੋ ਸ਼੍ਰੋਮਣੀ ਠਾਕਰ ਨੇ ਆਦਿ ਤੋਂ ਮੱਥੇ ਪਰ ਉੱਤਮ ਮੱਧਮ ਨੀਚ ਲੇਖ ਲਿਖਿਆ, ਉਹ ਮਿਟਾਇਆ ਨਹੀਂ ਜਾਂਦਾ। ਨਾਨਕ ਸੇ ਜਨ ਪੂਰਨ ਹੋਏ,
ਜਿਨ ਹਰ ਭਾਣਾ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸੇ ਜਨ ਪੂਰਨ ਹੋਏ ਜਿਨ ਹਰ ਭਾਣਾ ਪਾਏ। ਜਿਨ੍ਹਾਂ ਨੂੰ ਮੇਰੇ ਗੁਰੂ ਨਾਨਕ ਮੇਰੇ ਵਾਹਿਗੁਰੂ ਦਾ ਭਾਣਾ ਪਾਉਂਦਾ ਹੈ, ਉਹ ਪੂਰਨ ਪੁਰਖ ਹੋ ਗਏ। ਭਾਣਾ ਮੰਨੀ ਸੋ ਸੁਖ ਪਾਏ, ਉਹ ਸੁਖ ਪਾਉਂਦੇ ਨੇ। ਸਤਿਗੁਰੂ ਦੇ ਉਪਦੇਸ਼ 'ਤੇ ਚਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ। ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਕਿ ਅਚੁੱਤ हे पार ब्रह्म